एक वारिस ने ਜਿਹੜੇ ਅਮਰਿੰਦਰ ਸਿੰਘ ਇਸ ਪ੍ਰਾਪਰਟੀ ਦੇ ਉਹਨਾਂ ਦੇ ਨਾਲ ਤੁਹਾਨੂੰ ਹੋਈ ਗੱਲਬਾਤ ਸੁਣਾਉਣੇ ਹਾਂ। ਸਾਡੇ ਸਹਿਯੋਗੀ ਪੰਕਜ ਕਪਾਹੀ ਵੱਲੋਂ ਗੱਲਬਾਤ ਕੀਤੀ ਗਈ ਹੈ ਅਮਰਿੰਦਰ ਸਿੰਘ ਦੇ ਨਾਲ। ਮੁਲਕ ਦੇ ਵਿੱਚ ਬਹੁਤ ਸਾਰੇ ਰਾਜਾ ਹੋਏ, ਉਹਨਾਂ ਦੀਆਂ ਰਿਆਸਤਾਂ ਚੱਲੀਆਂ ਔਰ ਆਜ਼ਾਦੀ ਤੋਂ ਬਾਅਦ ਬਹੁਤ ਸਾਰੀਆਂ ਰਿਆਸਤਾਂ ਨੂੰ ਸਰਕਾਰ ਨੇ ਆਪਣੇ ਵਾਲੇ ਪਾਸੇ ਲੈ ਲਿਆ। ਕਈ ਸਾਰੀਆਂ ਰਿਆਸਤਾਂ ਅਜਿਹੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਪਰਿਵਾਰਕ ਵਿਵਾਦ ਵੀ ਸ਼ੁਰੂ ਹੋਏ ਔਰ ਇੱਕ ਵਿਵਾਦ ਅਜਿਹਾ ਸੀਗਾ ਜਿਹੜਾ ਫਰੀਦਕੋਟ ਰਿਆਸਤ ਦੇ ਨਾਲ ਜੁੜਿਆ। ਇਹ ਮਾਮਲਾ ਹਰੇਕ ਕੋਰਟ ਦੇ ਵਿੱਚ ਪਹੁੰਚਿਆ, ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚਿਆ ਔਰ ਸੁਪਰੀਮ ਕੋਰਟ ਨੇ ਫੈਸਲਾ ਅੱਜ ਸੁਣਾ ਦਿੱਤਾ ਹੈ। ਬਹੁਤ ਵੱਡੀ ਪ੍ਰਾਪਰਟੀ ਹੈ, ਦੇਸ਼ ਦੀ ਕਈ ਥਾਵਾਂ ਦੇ ਵਿੱਚ ਪ੍ਰਾਪਰਟੀ ਹੈ। ਫਰੀਦਕੋਟ ਦੇ ਵਿੱਚ ਇੱਕ ਮਹਿਲ ਵੀ ਹੈ, ਕਿਲਾ ਵੀ ਉਹਨੂੰ ਕਿਹਾ ਜਾਂਦਾ ਹੈ ਔਰ ਅੱਜ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਕਿਉਂਕਿ ਟਰਸਟ ਭੰਗ ਕਰ ਦਿੱਤਾ ਗਿਆ ਔਰ ਇਹ ਜਿਹੜੀ ਪੂਰੀ ਪ੍ਰਾਪਰਟੀ ਹੈ 3 ਹਿੱਸਿਆਂ ਦੇ ਵਿੱਚ ਵੰਡ ਦਿੱਤੀ ਗਈ ਹੈ। ਪਰਿਵਾਰ ਦੇ 3 ਜਿਹੜੇ ਮੈਂਬਰ ਨੇ, ਉਸ ਵੇਲੇ ਦੇ ਰਾਜਾ ਦੀ ਜਿਹੜੀਆਂ ਬੇਟੀਆਂ ਨੇ ਉਹਨਾਂ ਨੂੰ ਪ੍ਰਾਪਰਟੀ ਦਿੱਤੀ ਗਈ, ਨਾਲ ਹੀ ਨਾਲ ਰਾਜੇ ਦੇ ਭਰਾ ਦੇ ਬੇਟੇ ਨੂੰ ਜਾਂ ਪੋਤੇ ਨੂੰ ਪ੍ਰਾਪਰਟੀ ਜਿਹੜੀ ਹੈ ਉਹ ਵੰਡ ਦਿੱਤੀ ਗਈ ਹੈ। ਇਸ ਵੇਲੇ ਮੇਰੇ ਨਾਲ ਨੇ, ਗੱਲਬਾਤ ਕਰ ਲੈਂਦੇ ਆ। ਸਰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕ। ਥੈਂਕ ਯੂ ਕਿਉਂਕਿ ਲਗਭਗ 33 ਸਾਲ ਇਹ ਕੇਸ ਚੱਲਿਆ ਔਰ ਰਾਜਾ ਫਰੀਦਕੋਟ ਦੀ ਪ੍ਰਾਪਰਟੀ ਆਖਰਕਾਰ ਉਹਨਾਂ ਦੇ ਵਾਰਸਾਂ ਨੂੰ ਮਿਲ ਗਈ ਹੈ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਜਾਨਣਾ ਚਾਹੂੰਗਾ, ਤੁਸੀਂ ਉਸ ਪਰਿਵਾਰ ਦੇ ਵਿੱਚ ਤੁਹਾਡਾ ਕੀ ਰੋਲ ਹੈ ਔਰ ਤੁਹਾਡੇ ਹਿੱਸੇ ਕਿੰਨੀ ਪ੍ਰਾਪਰਟੀ ਆਈ ਹੈ? ਰਾਜਾ ਹਰਿੰਦਰ ਸਿੰਘ ਤੇ ਮੇਰੇ ਗ੍ਰੈਂਡਫਾਦਰ ਕੰਵਰ ਮਨਜੀਤ ਇੰਦਰ ਸਿੰਘ ਸਕੇ ਭਰਾ ਸੀਗੇ। ਮੇਰੇ ਪਿਤਾ ਜੀ ਟਿੱਕਾ ਭਰਤਿੰਦਰ ਸਿੰਘ ਤੇ ਉਹਨਾਂ ਦਾ ਮੈਂ ਬੇਟਾ ਅਮਰਿੰਦਰ ਸਿੰਘ ਹੈ। ਇੱਕ ਮੇਰਾ ਛੋਟਾ ਬ੍ਰਦਰ ਹੈ ਰਵਿੰਦਰ ਸਿੰਘ। ਸੋ ਇਸ ਤਰ੍ਹਾਂ ਮੈਂ ਰਿਲੇਟਡ ਹੈਗਾ ਇਸ ਫੈਮਿਲੀ ਦੇ ਨਾਲ। ਕਿਉਂਕਿ 8000 ਏਕੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਹੈ। ਤੁਸੀਂ ਰਜਵਾੜਾ ਪਰਿਵਾਰ ਦੇ ਵਿੱਚੋਂ ਆਉਂਦੇ ਹੋ, ਲੇਕਿਨ ਇਹ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਆਖਰ ਸੀਗਾ ਕਿਉਂ? ਕਿਉਂਕਿ ਟਰਸਟ ਇੱਕ ਬਣ ਗਿਆ ਸੀਗਾ, ਰਾਜਾ ਸਾਹਿਬ ਦੀਆਂ 2 ਬੇਟੀਆਂ ਸੀਗੀਆਂ, ਬੇਟੀਆਂ ਕੋਲ ਪ੍ਰਾਪਰਟੀ ਜਾਣ ਦਾ ਜ਼ਿਕਰ ਹੁੰਦਾ ਸੀ, ਤੁਹਾਡੇ ਕੋਲ ਜ਼ਿਕਰ ਹੁੰਦਾ ਸੀ। ਇਹ ਪੂਰਾ ਵਿਵਾਦ ਕਿਵੇਂ ਸ਼ੁਰੂ ਹੋਇਆ ਔਰ ਇਹ ਵਿਵਾਦ ਹੁਣ ਮੁੱਕਿਆ ਕਿਵੇਂ ਹੈ? ਦੇਖੋ, ਜਿਹੜੇ ਇਹਦੀ ਵਿਵਾਦ ਦਾ ਐਕਚੁਅਲੀ ਜੈਨੇਸਿਸ ਹੈ ਉਹ 1981 ਸ਼ੁਰੂ ਹੁੰਦਾ ਹੈ, ਜਦੋਂ ਰਾਜਾ ਸਾਹਿਬ ਦੇ ਬੇਟੇ ਮੇਰੇ ਤਾਇਆ ਜੀ ਟਿੱਕਾ ਹਰਮਿੰਦਰ ਸਿੰਘ ਦੀ ਡੈਥ ਹੁੰਦੀ ਹੈ। ਆਲਦੋ ਮੀਡੀਆ ਉਹਨਾਂ ਨੂੰ ਕਾਰ ਐਕਸੀਡੈਂਟ 'ਚ ਕਹਿੰਦੇ ਉਹਨਾਂ ਦੀ ਮੌਤ ਹੋਈ, ਪਰ ਉਹ ਸਵੇਅਰ ਡਾਇਬੈਟਿਕ ਸੀਗੇ ਤੇ ਉਸ ਕਰਕੇ ਉਹਨਾਂ ਦੀ ਡੈਥ ਐਟ ਦੀ ਏਜ ਆਫ 44 ਹੋਈ ਸੀਗੀ। ਸੋ ਜੋ ਕਿ ਮੇਰੀ ਜਿੰਨੀ ਸਮਝ ਹੈਗੀ, ਹੁਣ ਮੈਂ 11 ਸਾਲ ਇਸ ਕੇਸ ਨੂੰ ਆਪ ਲੜਿਆ ਹੈਗਾ, ਮੈਨੂੰ ਲੱਗਦਾ ਕਿ 1981 ਤੋਂ ਇਹ ਇੱਕ ਪਲਾਨ ਕੀਤਾ ਜਾ ਰਿਹਾ ਸੀ, ਮੈਨੂਪੂਲੇਸ਼ਨ ਹੋ ਰਹੀ ਸੀ, ਛੜਯੰਤਰ ਰਚਿਆ ਜਾ ਰਿਹਾ ਸੀਗਾ ਵੀ ਇਸ ਪ੍ਰਾਪਰਟੀ ਨੂੰ ਕਿਵੇਂ ਆਪਦੇ ਹੱਥ ਵਿੱਚ ਕੀਤਾ ਜਾਏ। ਉੱਥੇ ਮਹਾਰਾਜ ਦੇ ਕੁਝ ਨੌਕਰ ਸੀਗੇ, ਕੁਝ ਉਹਨਾਂ ਦੇ ਸੀਨੀਅਰ ਅਫੀਸ਼ੀਅਲ ਸੀਗੇ, ਕੁਝ ਵਕੀਲ ਸੀਗੇ ਜਿਨ੍ਹਾਂ ਕੋਲ ਜਿਹੜੇ ਬਲੈਂਕ ਪੇਪਰ ਸਾਈਨਡ ਸੀਗੇ। ਉਹਦੇ ਹਿਸਾਬ ਨਾਲ ਉਹਨਾਂ ਨੇ ਫਿਰ ਵਿਲਸ ਤਿਆਰ ਕੀਤੀਆਂ ਤੇ ਇੱਕ ਟਰਸਟ ਬਣਾਇਆ 1989 ਦੇ ਵਿੱਚ। ਇਹ ਰਾਜਾ ਸਾਹਿਬ ਨੂੰ ਪਤਾ ਸੀਗਾ ਇਸ ਦੇ ਬਾਰੇ? ਰਾਜਾ ਸਾਹਿਬ ਨੂੰ ਇਸ ਦੇ ਬਾਰੇ ਨਹੀਂ ਪਤਾ ਸੀਗਾ, ਜੇ ਪਤਾ ਹੁੰਦਾ ਉਹ ਜ਼ਰੂਰ ਜ਼ਿਕਰ ਕਰਦੇ। ਉਹਨਾਂ ਨੇ 87, 88 ਤੇ 89 ਦੇ ਵਿੱਚ 3 ਟਰਸਟ ਬਣਾਏ ਸੀ 3 ਸਾਲ, ਤੇ ਉਹਨਾਂ ਨੇ ਕੋਈ ਐਸਾ ਇਸ ਟਰਸਟ ਦਾ ਉਸ ਵਿੱਚ ਜ਼ਿਕਰ ਨਹੀਂ ਕੀਤਾ। ਉਹ ਛੋਟੇ ਟਰਸਟ ਸੀਗੇ ਜਿਹੜੀ ਕਿ ਉਹਨਾਂ ਦੀ ਡਾਇਰੈਕਟ ਪ੍ਰਾਪਰਟੀ ਦੇ ਨਾਲ ਤਾਲੁਕ ਨਹੀਂ ਰੱਖਦੇ ਸੀ, ਉਹ ਬਣਾਏ ਸੀਗੇ, ਪਰ ਇਸ ਟਰਸਟ ਦਾ ਉਹਨਾਂ ਨੇ ਕਦੀ ਜ਼ਿਕਰ ਨਹੀਂ ਕੀਤਾ। ਇਹ ਟਰਸਟ ਉਹਨਾਂ ਦੀ ਡੈਥ ਤੋਂ ਬਾਅਦ ਹੋਈ। ਇਹ ਨੌਕਰਾਂ ਨੇ ਜਿਹੜੇ ਮਹਿਲ ਦੇ ਵਿੱਚ ਨੌਕਰ ਸੀਗੇ, ਜਿਹੜੇ ਉਹਨਾਂ ਦੇ ਆਸੇ-ਪਾਸੇ ਸੀਗੇ, ਜਿਹੜਾ ਉਹਨਾਂ ਦਾ ਖਿਆਲ ਰੱਖਦੇ, ਉਹਨਾਂ ਨੇ ਇਹ ਟਰਸਟ ਬਣਾ ਲਿੱਤਾ। ਹਾਂਜੀ, ਸਾਡੀ ਫੈਮਿਲੀ ਦੀ ਬੜੀ ਟ੍ਰੈਜਿਕ ਸਟੋਰੀ ਹੈ ਜੀ। ਜਿਵੇਂ ਮੇਰੇ ਦਾਦਾ ਜੀ ਤੇ ਮਹਾਰਾਜ ਦੇ ਵਿੱਚ ਜਦੋਂ ਇੱਕ ਤਰ੍ਹਾਂ ਦੀ ਦਰਾਰ ਪੈ ਜਾਂਦੀ ਹੈਗੀ ਹੈ, ਉੱਥੋਂ ਦੀ ਫੈਮਿਲੀ ਡਾਊਨ ਜਾਣਾ ਸ਼ੁਰੂ ਹੁੰਦੀ ਹੈ ਤੇ ਉਸ ਫੈਮਿਲੀ ਦੇ ਡਾਊਨ ਜਾਣ ਦੇ ਨਾਲ ਨਾਟ ਫਾਈਨੈਂਸ਼ਲੀ ਬਟ ਇਮੋਸ਼ਨਲੀ ਸਾਰੇ ਇੱਕ ਦੂਜੇ ਤੋਂ ਵੱਖ ਹੋਣਾ ਸ਼ੁਰੂ ਹੋ ਗਏ। ਉਹ ਜਦੋਂ ਫਿਰ ਵੱਖ ਹੋਣਾ ਸ਼ੁਰੂ ਹੋ ਗਏ, ਉਹਦੇ ਵਿੱਚ ਜਿਹੜੀ ਸਪੇਸ ਬਣੀ ਉਹ ਨੌਕਰਾਂ ਨੇ ਲੈ ਲਈ ਕਿ ਜਦੋਂ ਕਿਸੇ ਨੂੰ ਤਕਲੀਫ ਹੈ ਤਾਂ ਭਰਾ ਨੂੰ ਗੱਲ ਪੁੱਛਦਾ। ਸਾਡੀ ਫੈਮਿਲੀ 'ਚ ਇਸ ਤਰ੍ਹਾਂ ਨਹੀਂ ਸੀਗਾ। ਜੇ ਕੁਝ ਨੂੰ ਪੁੱਛਣਾ ਹੈਗਾ ਤਾਂ ਉਹ ਆਪਦੇ ਨੌਕਰ ਨੂੰ ਪੁੱਛਦਾ ਸੀਗਾ, ਨੌਕਰ ਉਹਨਾਂ ਦੇ ਆਪਦੇ ਹੀ ਭਰਾ ਦੇ ਅਗੇਂਸਟ ਉਹਨਾਂ ਦੇ ਕੰਨ ਭਰਦੇ ਸੀਗੇ। ਸੋ ਇਸ ਤਰ੍ਹਾਂ ਦਾ ਇੱਕ ਬਹੁਤ ਲੰਬਾ ਹਿਸਟਰੀ ਸੀਗਾ ਇਸ ਚੀਜ਼ ਦਾ ਇੱਥੋਂ ਤੱਕ ਪਹੁੰਚਣ ਦਾ। ਇਸ ਕਰਕੇ ਇੰਨਾ ਵੱਡਾ ਕੰਮ ਕਰਕੇ ਤੁਸੀਂ ਇਹ ਦੇਖੋ, ਏਡੀ ਵੱਡੀ ਪ੍ਰਾਪਰਟੀ ਹੋਵੇ, 4 ਅਦਾਲਤਾਂ ਨੇ ਕਿਹਾ ਵੀ ਇਹ ਡਾਕੂਮੈਂਟ ਫੌਰਜਡ ਹੈਗਾ, 33 ਸਾਲ ਲੱਗ ਗਏ ਉਸ ਚੀਜ਼ ਨੂੰ ਪ੍ਰੂਵ ਕਰਦੇ। ਉਹਨਾਂ ਨੇ ਜਾਲੀ ਵਸੀਅਤ, ਤੁਸੀਂ ਕਹਿ ਰਹੇ ਹੋ ਨੌਕਰਾਂ ਨੇ ਜਾਲੀ ਵਸੀਅਤ ਬਣਾ ਲਈ, ਇੱਕ ਟਰਸਟ ਬਣਾ ਲਿੱਤਾ ਔਰ ਇਹ ਕਹਿ ਦਿੱਤਾ ਕਿ ਇਹ ਸਾਰੀ ਜਿਹੜੀ ਪ੍ਰਾਪਰਟੀ ਹੈ, ਮਹਿਲ ਹੈ, ਇਹ ਸਾਰਾ ਟਰਸਟ ਨੂੰ ਰਾਜਾ ਸਾਹਿਬ ਦਾਨ ਕਰ ਗਏ।
ਬਿਲਕੁਲ ਉਹ ਦਾਨ ਨਹੀਂ ਕਰਕੇ ਉਹ ਇਸ ਪ੍ਰਾਪਰਟੀ ਦਾ ਟਰਸਟ ਬਣਾ ਗਏ ਹੈਗੇ ਤੇ ਟਰਸਟ ਦਾ ਕੰਮ ਕੀ ਹੈਗਾ ਸਿਰਫ ਪ੍ਰਾਪਰਟੀਆਂ ਦੀ ਦੇਖਭਾਲ ਕਰਨੀ ਤੇ ਉਹ ਟਰਸਟ ਦੇ ਵਿੱਚ ਐਸੀ ਬਾਡੀਜ਼ ਬਣਾਤੀਆਂ ਲੋਕਾਂ ਦੀਆਂ ਉਹ ਇਸ ਹਿਸਾਬ ਨਾਲ ਕ੍ਰੀਏਟ ਕੀਤਾ ਕਿ ਉਹ ਪੁਸ਼ਤੈਨੀ ਬਣਾ ਲਿਆ ਵੀ ਇੱਕ ਟਰਸਟੀ ਇੱਕ ਬਣਿਆ ਉਹ ਚਲਾ ਗਿਆ ਉਹਦੀ ਡੈਥ ਹੋ ਗਈ ਉਹਦਾ ਲੜਕਾ ਆ ਗਿਆ ਉਹ ਲੜਕਾ ਚਲਾ ਗਿਆ ਤਾਂ ਪੋਤਾ ਆ ਗਿਆ ਸੋ ਇਸ ਤਰ੍ਹਾਂ ਦਾ ਉਹਨਾਂ ਨੇ ਇੱਕ ਪੂਰਾ ਫੈਮਿਲੀ ਡਾਇਨੈਸਟਿਕ ਟਰਸਟ ਬਣਾ ਲਿਆ ਸੀਗਾ ਜਿਹਦੇ ਵਿੱਚ ਕੋਈ ਚੈਰਿਟੀ ਨਹੀਂ ਹੁੰਦੀ ਸੀਗੀ ਕੁਝ ਨਹੀਂ ਹੁੰਦਾ ਸੀ ਕੋ ਜ਼ਰੂਰ ਕਹਿੰਦੇ ਅਸੀਂ ਹਸਪੀਟਲ ਚਲਾਉਣੇ ਹੈਗੇ ਆ ਤੇ ਤੁਸੀਂ ਆਪ ਜਾ ਕੇ ਦੇਖੋ ਐਜ਼ ਜਰਨਲਿਸਟ ਵੀ ਉਹ ਕਿੰਨਾ ਕੁ ਚੱਲਦਾ ਹੈਗਾ ਹਸਪੀਟਲ ਉਹ ਸਿਰਫ ਇੱਕ ਨਾਮ ਮਾਤਰ ਹਸਪੀਟਲ ਹੈਗਾ ਜਿੱਥੇ ਕੋਈ ਕਿਸੇ ਦਾ ਘੱਟਵਾਦੀ ਇਲਾਜ ਕਦੀ ਹੋਇਆ ਹੈਗਾ ਸੋ ਉਹ ਵੀ ਇੱਕ ਪੈਸਾ ਖਾਣ ਦਾ ਜ਼ਰੀਆ ਸੀਗਾ ਇਹਨਾਂ ਟਰਸਟੀਜ਼ ਵਾਸਤੇ ਜਿਹੜਾ ਇਸੇ ਤਰ੍ਹਾਂ ਜ਼ਮੀਨ ਦੀ ਇਨਕਮ ਸੀਗੀ ਬਹੁਤ ਜ਼ਮੀਨਾਂ ਹੈਗੀਆਂ ਉਹ ਬਿਲਕੁਲ ਅਨਅਕਾਊਂਟਡ ਸੀ ਉਹ ਕਿੱਥੇ ਪੈਸੇ ਜਾਂਦੇ ਕੋਈ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ ਸੁਣਨ 'ਚ ਇਹ ਵੀ ਆਇਆ ਕਿ ਜਿਹੜੇ ਟਰਸਟੀ ਸੀਗੇ ਜਿਨ੍ਹਾਂ ਕੋਲ 2-2 ਏਕੜ ਹੁੰਦੇ ਸੀਗੇ ਉਹ ਅੱਜ ਉਹਨਾਂ ਦੀ ਫੈਮਿਲੀਜ਼ ਕੋਲ 200 ਏਕੜ ਹੋ ਗਏ ਆ ਚੰਡੀਗੜ੍ਹ ਸ਼ੋਰੂਮ ਬਣ ਗਏ ਹੈਗੇ ਆ ਚੰਡੀਗੜ੍ਹ 'ਚ ਕੋਠੀਆਂ ਹੋ ਗਈਆਂ ਇਹ ਕਿਵੇਂ ਹੋ ਗਿਆ ਇੰਨਾ ਕਿਹੜਾ ਚਮਤਕਾਰ ਹੋ ਗਿਆ ਉਹਨਾਂ ਕੋਲ ਵੀ ਕੀ ਉਹਨਾਂ ਕਿੰਨੇ ਵਧੀਆ ਪ੍ਰੋਫੈਸ਼ਨਲ ਸੀਗੇ ਜਿਹੜਾ ਉਹ ਇੰਨਾ ਕੁਝ ਬਣਾ ਗਏ ਸੋ ਸਾਡੀ ਫੈਮਿਲੀ ਦਾ ਜਿਹੜਾ ਇਕੱਠਾ ਨਾ ਰਹਿਣਾ ਹੀ ਇੱਕ ਫੈਕਟਰ ਸੀਗਾ ਕਿ ਅੱਜ ਇਹ ਦਿਨ ਦੇਖਣਾ ਪੈ ਰਿਹਾ ਮੈਨੂੰ ਤਾਂ ਪਰਿਵਾਰ